ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 23 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਰਮਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਾਫੀ ਮੇਨ ਖਬਰਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਗਜ਼ੀਕਿਊਟਿਵ ਆਰਡਰਸ ਨੂੰ ਲੈ ਕੇ ਹੈਗੀਆਂ। ਪਰ ਸਭ ਤੋਂ ਪਹਿਲਾਂ ਹੁਣੇ ਇਹ ਖਬਰ ਆ ਰਹੀ ਹੈ ਕਿ ਸੈਨ ਡੀਗੋ ਕਾਉਂਟੀ ਦੇ ਵਿੱਚ US ਮੈਕਸੀਕੋ ਬਾਰਡਰ ਦੇ ਉੱਤੇ ਇੱਕ ਨਵੀਂ ਅੱਗ ਲੱਗੀ ਹੈਗੀ ਆ। ਬਾਰਡਰ ਫਾਇਰ 2 ਇਹ ਓਟੇ ਮਾਊਂਟੇਨ ਟਰੱਕ ਟ੍ਰੇਲ ਜੋ ਵਿਦਿਨ ਓਟੇ ਮਾਊਂਟੇਨ ਵਾਈਲਡਰਨੈਸ ਏਰੀਆ ਆ, ਉੱਥੇ ਇਹ ਅੱਗ ਸ਼ੁਰੂ ਹੋਈ ਸੀ ਬਾਅਦ ਦੁਪਹਿਰ 2:30 ਵਜੇ ਦੇ ਕਰੀਬ, ਜੋ ਕਿ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਇਸ ਤੋਂ ਬਿਨਾਂ ਜੋ ਬਰਸ਼ ਫਾਇਰ ਇੱਕ NV405 ਸੀਲ ਬੀਚ ਏਰੀਆ ਆ, ਉੱਥੇ ਵੀ ਘੰਟਾ ਕੁ ਪਹਿਲਾਂ ਸ਼ੁਰੂ ਹੋਈ ਆ ਤੇ ਲੇਨਸ 405 ਦੀਆਂ ਸੀਲ ਬੀਚ ਵਾਲੇ ਏਰੀਏ 'ਚ ਸ਼ਟ ਡਾਊਨ ਕੀਤੀਆਂ ਗਈਆਂ ਆ। ਰੈਜ਼ੀਡੈਂਸ਼ੀਅਲ ਏਰੀਆ ਜੋ ਹਾਈਵੇ 5 ਆ, ਈਸਟ ਆਫ ਹਾਈਵੇ 5, ਉਹ ਹਜੇ ਵੀ ਕਲੋਜ਼ ਆ ਡਿਊ ਟੂ ਹਿਊਜ਼ ਫਾਇਰਸ ਦੇ ਨਾਲ। ਉਹਦੇ ਨਾਲ 14% ਕੰਟੇਨ ਹੋਈ ਆ ਜਿਹੜੀ ਹਿਊਜ਼ ਫਾਇਰ ਆ, ਹਜੇ ਵੀ ਉਹ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਜਿਹੜੀ ਹਿਊਜ ਫਾਇਰ ਦੇ ਬਾਰੇ। ਆਪਾਂ ਲਗਾਤਾਰ ਤੁਹਾਨੂੰ ਜਾਣਕਾਰੀਆਂ ਦੇ ਰਹੇ ਹਾਂ। ਹਿਊਜ ਫਾਇਰ ਜਿਹੜੀ ਆ ਉਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਲਾਕਾ ਉਹ ਉਹਦੀ ਜ਼ਦ ਦੇ ਵਿੱਚ ਆ ਗਿਆ। ਤਕਰੀਬਨ ਇਹ ਅੱਗ ਜਿਹੜੀ ਆ ਹੁਣ ਤੱਕ 10,200 ਏਕੜ ਤੱਕ ਫੈਲ ਚੁੱਕੀ ਹੈ ਤੇ ਇਹਦੇ ਉੱਤੇ ਮਹਿਜ਼ 24% ਜੇਕਰ ਦੇਖੀਏ ਤਾਂ ਚੌਥਾ ਹਿੱਸਾ ਜਿਹੜਾ ਉਹ ਕਾਬੂ ਪਾਇਆ ਜਾ ਚੁੱਕਿਆ ਹੈ। ਜਿਹੜਾ ਨਾਰਥ ਇਲਾਕਾ ਸੈਂਟਾ ਕਲੈਟਾ ਦਾ ਜਾਂ ਹੋਰ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਇਸ ਟਾਈਮ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਧੂਆਂ ਜਾਂ ਹੋਰ ਜਿਹੜੀਆਂ ਦੇਖਿਆ ਜਾ ਸਕਦਾ ਇਹਦੀ ਤਬਾਹੀ ਦੇ ਨਿਸ਼ਾਨ ਦੇਖੇ ਜਾ ਸਕਦੇ ਆ। ਇਸ ਟਾਈਮ 50,000 ਇਹੋ ਜਿਹੇ ਉੱਥੇ ਸਿਵਿਲੀਅਨਸ ਨੇ, ਲੋਕ ਨੇ, ਰਿਹਾਇਸ਼ੀ ਨੇ ਜਿਹੜੇ ਕਿ ਅੰਡਰ ਇਵੈਕੂਏਸ਼ਨ ਆਰਡਰਸ ਨੇ। ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ ਇੰਡਸਟ੍ਰੀਟ ਜਿਹੜਾ 5 ਆ ਉਹਨੂੰ ਸ਼ਟ ਡਾਊਨ ਕਰਨਾ ਪਿਆ ਸੀ ਬਹੁਤ ਘੰਟਿਆਂ ਦੇ ਲਈ, ਕਿਉਂਕਿ ਜਿਹੜੀ ਅੱਗ ਆ ਉਹ ਬਹੁਤ ਵੱਡੀ ਪੱਧਰ ਤੇ ਉਦੋਂ ਫੈਲ ਰਹੀ ਸੀਗੀ। ਇਸ ਟਾਈਮ ਬਹੁਤ ਸਾਰੇ 에ਅਰਕ੍ਰਾਫਟ, ਇੰਜਨਸ, ਬੁਲਡੋਜ਼ਰ ਤੇ ਹੋਰ ਜਿਹੜਾ ਸਾਰਾ ਅਮਲਾ ਉੱਥੇ ਡਿਪਲੋਏ ਕੀਤਾ ਗਿਆ। ਤਕਰੀਬਨ 1100 ਫਾਇਰ ਫਾਈਟਰਸ ਨੇ ਜਿਹੜੇ ਇਸ ਅੱਗ ਦੇ ਨਾਲ ਲੜ ਰਹੇ ਨੇ ਵੱਖ-ਵੱਖ ਥਾਵਾਂ ਤੋਂ। ਹੁਣ ਜਿਹੜਾ ਫੋਰਕਾਸਟ ਦੇ ਵਿੱਚ ਆਪਾਂ ਜੇਕਰ ਨਜ਼ਰ ਮਾਰੀਏ ਤਾਂ ਉਹਨਾਂ ਦਾ ਡੇਵ ਹੁੱਕ ਜਿਹੜੇ ਕਿ ਸੀਨੀਅਰ ਮੈਟਰੋਲੋਜਿਸਟ ਨੇ, ਉਹਨਾਂ ਦਾ ਦਾਅਵਾ ਇਹ ਹੈ ਕਿ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਮੀਂਹ ਪੈ ਸਕਦਾ ਇਹਨਾਂ ਇਲਾਕਿਆਂ ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦੇ ਵਿੱਚ, ਜਿਹਦੇ ਨਾਲ ਰਾਹਤ ਮਿਲਣ ਤੋਂ ਜਿਹੜੀ ਸੰਭਾਵਨਾ ਉਹ ਜ਼ਰੂਰ ਹੋ ਸਕਦੀ ਹੈ। ਇਸੇ ਦਰਮਿਆਨ ਖਬਰ ਕੈਲੀਫੋਰਨੀਆ ਦੀ ਸਰਕਾਰ ਤੋਂ ਆ ਰਹੀ ਹੈ ਕਿ ਗਵਰਨਰ ਜਿਹੜੇ ਨਿਊਜ਼ਮ ਨੇ ਉਹਨਾਂ ਨੇ 2.5 ਬਿਲੀਅਨ ਰਿਲੀਫ ਪੈਕੇਜ ਜਿਹੜਾ ਉਹ LA ਦੇ ਲਈ ਐਲਾਨ ਦਿੱਤਾ ਹੈ। ਆਪਾਂ ਦੇਖਿਆ ਕਿ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ। 45 ਸਕੁਅਰ ਮੀਲਸ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਸੰਘਣੀ ਆਬਾਦੀ ਵਾਲਾ ਇਲਾਕਾ ਸੀ ਲਾਸ ਐਂਜਲਸ ਕਾਉਂਟੀ ਦਾ, ਉੱਥੇ ਇਹ ਅੱਗ ਲੱਗੀ ਸੀ। ਪੈਲੀਸਿਡਸ ਫਾਇਰ ਤੇ ਪੈਸੀਫਿਕ ਈਟਨ ਫਾਇਰ ਜਿਹੜੀਆਂ ਨੇ, ਪੈਸਾਡੀਨਾ, ਉਹ ਹਲੇ ਵੀ ਕਈ ਇਲਾਕਿਆਂ ਦੇ ਵਿੱਚ ਐਕਟਿਵ ਨੇ ਤੇ ਇਹਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਨੁਕਸਾਨ ਹੋਇਆ। ਤਕਰੀਬਨ 16-17 ਹਜ਼ਾਰ ਜਿਹੜੇ ਸਟਰਕਚਰਸ ਨੇ, ਇਮਾਰਤਾਂ ਨੇ, ਉਹ ਨੁਕਸਾਨੀਆਂ ਗਈਆਂ ਨੇ। ਉਧਰ ਦੂਜੇ ਪਾਸੇ ਇਹ ਵੀ ਚਰਚਾਵਾਂ ਨੇ ਕਿ ਜਿਹੜੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਡੋਨਾਲਡ ਟਰੰਪ, ਅਹੁਦਾ ਸੰਭਾਲਣ ਦੇ 1 ਹਫ਼ਤੇ ਤੋਂ ਬਾਅਦ ਉਹ ਕੈਲੀਫੋਰਨੀਆ ਦੇ ਇਹਨਾਂ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਤੇ ਇਸ ਟਾਈਮ ਚਰਚਾ ਇਹ ਵੀ ਹੈ ਕਿ ਗਵਰਨਰ ਜਿਹੜੇ ਨਿਊਸਮ ਨੇ, ਗੈਵਿਨ ਨਿਊਸਮ,
ਉਹ ਉਹਨਾਂ ਦਾ ਸਾਥ ਦੇਣਗੇ ਜਾਂ ਫਿਰ ਨਹੀਂ, ਜਾਂ ਟਰੰਪ ਕਿਹੜੀਆਂ ਗੱਲਾਂ ਉਹਨਾਂ ਦੇ ਨਾਲ ਕਰ ਸਕਦੇ ਨੇ, ਕਿਉਂਕਿ 2018 ਦੇ ਵਿੱਚ ਜਦੋਂ ਪੈਰਾਡਾਈਜ਼ ਇਲਾਕਿਆਂ ਦੇ ਵਿੱਚ ਅੱਗ ਲੱਗੀ ਸੀ ਤਾਂ ਉਦੋਂ ਇਹਨਾਂ ਦੋਨਾਂ ਨੂੰ ਇਕੱਠਿਆਂ ਜਿਹੜਾ ਉਹ ਦੇਖਿਆ ਗਿਆ ਸੀਗਾ। ਹੁਣ 2024 ਦੇ ਇਲੈਕਸ਼ਨ ਦੇ ਦਰਮਿਆਨ ਇਹਨਾਂ ਦੋਹਾਂ ਆਗੂਆਂ ਦੇ ਦਰਮਿਆਨ ਬਹੁਤ ਸਾਰੀਆਂ ਦੂਰੀਆਂ ਲੀਡਰਾਂ ਦੇ ਦਰਮਿਆਨ ਬਿਆਨਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ। ਆਪਾਂ ਦੇਖਿਆ ਕਿ ਜਿਵੇਂ ਟਰੰਪ ਜਿੱਤਦੇ ਨੇ ਤਾਂ ਕੈਲੀਫੋਰਨੀਆ ਐਲਾਨ ਕਰ ਦਿੰਦਾ ਕਿ ਅਸੀਂ ਲੈਜਿਸਲੇਚਰ ਲਿਆਵਾਂਗੇ ਜਿਹਦੇ ਨਾਲ ਇਮੀਗ੍ਰੈਂਟਸ ਨੂੰ ਅਸੀਂ ਪ੍ਰੋਟੈਕਟ ਕਰਾਂਗੇ, ਪਰ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਗੱਲਾਂ ਟਰੰਪ ਤਰਫੋਂ ਵੀ ਗੈਵਨ ਨਿਊਸਮ ਨੂੰ ਕਹੀਆਂ ਗਈਆਂ। ਸੋ ਇਸ ਟਾਈਮ ਨਜ਼ਰਾਂ ਨੇ ਲੋਕਾਂ ਦੀਆਂ ਕਿ ਟਰੰਪ ਆ ਕੇ ਇਹਨਾਂ ਇਲਾਕਿਆਂ ਦੇ ਵਿੱਚ ਕੀ ਜਿਹੜਾ ਐਲਾਨ ਆ ਉਹ ਕਰ ਸਕਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਜਿਹੜਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਰੀਡਿਫਾਈਨਿੰਗ ਦਾ ਬਰਥ ਰਾਈਟ ਸਿਟੀਜ਼ਨਸ਼ਿਪ, ਤੇ ਜੇ ਬੱਚੇ ਦੇ ਪੇਰੈਂਟਸ ਇਲੀਗਲ ਹੈਗੇ ਆ ਤੇ ਬੱਚਾ USA 'ਚ ਬੋਰਨ ਹੁੰਦਾ ਫਰਵਰੀ 2025 ਤੋਂ ਬਾਅਦ, ਤੇ ਉਹ ਸਿਟੀਜ਼ਨ ਨਹੀਂ ਬਣ ਸਕਦਾ ਹੈਗਾ। ਇਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਸਟੇਟਸ ਹੈਗੀਆਂ ਆ ਉਹਨਾਂ ਨੇ ਲਾ ਸੂਟ ਫਾਈਲ ਕਰ ਦਿੱਤਾ ਸੀ, ਜਿਸ ਦਾ ਅੱਜ ਇੱਕ ਸਿਆਟਲ ਦੇ ਵਿੱਚ ਵਾਸ਼ਿੰਗਟਨ ਸਟੇਟ ਦੇ ਵਿੱਚ ਜੱਜ ਦੇ ਸਾਹਮਣੇ ਹੀਅਰਿੰਗ ਵੀ ਹੋਈ ਆ, ਤੇ ਜੱਜ ਨੇ ਜਸਟਿਸ ਡਿਪਾਰਟਮੈਂਟ ਦੇ ਜਿਹੜੇ ਜਾਣੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਜੋ ਵਕੀਲ ਸੀ ਉਹਨਾਂ ਦੀ ਕਾਫੀ ਝਾੜ ਝੰਮ ਕੀਤੀ ਵੀ ਤੁਸੀਂ ਵਕੀਲ ਹੋ ਕੇ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਵੀ ਇਹ ਚੀਜ਼ ਹੋ ਵੀ ਸਕਦੀ ਆ ਕਿ ਨਹੀਂ ਹੋ ਸਕਦੀ ਹੈਗੀ। ਇਹ ਵੀ ਦੱਸਦੇ ਜਾਈਏ, ਪਤਾ ਚੱਲਿਆ ਵੀ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਜਿਹੜੇ ਇੰਡੀਅਨਸ ਆ ਮੋਸਟਲੀ ਜਿਹੜੇ H1 ਵੀਜ਼ੇ ਤੇ ਆ, ਜਿਨ੍ਹਾਂ ਦੇ ਬੱਚੇ ਹੋਣ ਵਾਲੇ ਸੀ ਉਹ ਪ੍ਰੀ ਮੈਚੁਰ ਬੱਚੇ ਜਿਹੜੇ ਆ ਕਰਵਾਉਣ ਦੇ ਲਈ ਹਸਪਤਾਲਾਂ 'ਚ ਤੇ ਡਾਕਟਰਾਂ ਨੂੰ ਕੰਟੈਕਟ ਕਰ ਰਹੇ ਸੀ ਸਿਜ਼ੇਰੀਅਨ ਸੈਕਸ਼ਨ ਦੇ ਰਾਹੀਂ, ਤਾਂ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ US ਦੇ ਸਿਟੀਜ਼ਨ ਬਣ ਸਕਣ। ਫੈਡਰਲ ਜੱਜ ਨੇ ਟੈਂਪਰੇਰੀਲੀ ਬਲੌਕ ਕਰ ਦਿੱਤਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦਾ ਉਹ ਐਗਜ਼ੀਕਿਊਟਿਵ ਆਰਡਰ ਜਿਹਦੇ ਵਿੱਚ US ਸਿਟੀਜ਼ਨਸ਼ਿਪ ਨੂੰ ਡਿਨਾਈ ਕੀਤਾ ਜਾਊਗਾ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਦੇ ਪੇਰੈਂਟਸ ਇਸ ਮੁਲਕ ਦੇ ਵਿੱਚ ਇਲੀਗਲੀ ਰਹਿ ਰਹੇ ਹੈਗੇ ਆ। ਜੱਜ ਨੇ ਇੱਥੋਂ ਤੱਕ ਕਿਹਾ ਵੀ ਇਹ ਬੇਲੇਟੈਂਟਲੀ ਜੋ ਅਨਕਨਸਟੀਟਿਊਸ਼ਨਲ ਆ, ਵੀ ਬਹੁਤ ਇਹ ਤਾਂ ਹੈ ਹੀ ਨਹੀਂ ਕਨਸਟੀਟਿਊਸ਼ਨਲ ਵੀ ਜਿਹੜੀ ਚੀਜ਼ ਤੁਸੀਂ ਕਰ ਰਹੇ ਹੈਗੇ ਆ। 14th ਅਮੈਂਡਮੈਂਟ ਜਿਹੜਾ ਕਨਸਟੀਟਿਊਸ਼ਨ ਦਾ ਆ ਉਹ ਪ੍ਰੋਮਿਸ ਕਰਦਾ ਸਿਟੀਜ਼ਨਸ਼ਿਪ ਉਹਨਾਂ ਬੱਚਿਆਂ ਦੇ ਲਈ ਜੋ ਅਮਰੀਕਾ ਦੀ ਧਰਤੀ ਦੇ ਉੱਤੇ ਜੰਮਦੇ ਹੈਗੇ ਆ। ਇਹ ਰੈਟੀਫਾਈਡ ਕੀਤਾ ਗਿਆ ਸੀ 1868 ਦੇ ਵਿੱਚ, ਸਿਟੀਜ਼ਨਸ਼ਿਪ ਫॉर ਫਾਰਮਰ ਸਲੇਵਸ ਆਫਟਰ ਸਿਵਲ ਵਾਰ। ਸੋ ਇਸ ਐਗਜ਼ੀਕਿਊਟਿਵ ਆਰਡਰ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਫਿਕਰਮੰਦ ਸੀਗੇ ਕਿ ਜੇ ਉਹਨਾਂ ਦੇ ਬੱਚੇ ਫਰਵਰੀ 19 ਤੋਂ ਬਾਅਦ ਜੰਮੇ ਤੇ ਉਹ ਸਿਟੀਜ਼ਨ ਨਹੀਂ ਬਣ ਸਕਣਗੇ। ਪਹਿਲਾ ਜਿਹੜਾ ਇਹ ਲਾਸੂਟ ਆ 22 ਸਟੇਟਾਂ ਵੱਲੋਂ ਲਿਆਂਦਾ ਗਿਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ, ਹਾਲਾਂਕਿ ਹੋਰ ਵੀ ਕਈ ਲਾਸੂਟ ਜਿਹੜੇ ਵੱਖ-ਵੱਖ ਐਗਜ਼ੀਕਿਊਟਿਵ ਆਰਡਰਸ ਆ ਉਹਨਾਂ ਦੇ ਅਗੇਂਸਟ ਟਰੰਪ ਉਹਨਾਂ ਦੇ ਅਗੇਂਸਟ ਲਿਆਂਦੇ ਗਏ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ। ਮੇਰਾ ਕਹਿਣ ਦਾ ਮਤਲਬ ਵਾਸ਼ਿੰਗਟਨ, ਐਰੀਜ਼ੋਨਾ, ਓਰੀਗਨ, ਇਲੀਨਾਇਸ ਇਹਨਾਂ ਸਟੇਟਾਂ ਦੇ ਵਿੱਚ ਪਹਿਲਾਂ ਜਿਹੜਾ ਇਹ ਕੇਸ ਸੁਣਿਆ ਜਾਣਾ ਸੀ। US ਡਿਸਟ੍ਰਿਕਟ ਕੋਰਟ ਦੇ ਜੱਜ ਜੌਨ ਕੌਗਰਨਰ ਜੋ ਆ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਦੇ ਅਟਾਰਨੀਜ਼ ਨੂੰ ਇਹ ਕਿਹਾ ਵੀ ਇਹ ਟੋਟਲੀ ਅਨਕਨਸਟੀਟਿਊਸ਼ਨਲ ਆ। ਇਹ ਜਿਹੜੇ ਜੱਜ ਹੈਗੇ ਆ ਇਹਨਾਂ ਨੂੰ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਨੇ ਅਪਾਇੰਟ ਕੀਤਾ ਸੀ 1981 ਦੇ ਵਿੱਚ। 84 ਸਾਲਾਂ ਦੇ ਜੱਜ ਹੈਗੇ, ਉਹਨਾਂ ਨੇ ਕਾਫੀ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਅਟਾਰਨੀ ਬ੍ਰੈਟ ਸ਼ੂਮੇਟ ਉਹਨਾਂ ਨੂੰ ਗ੍ਰਿਲ ਕੀਤਾ ਵੀ ਤੂੰ ਲਾ ਕੀਤਾ ਆ, ਲਾ ਦੀ ਡਿਗਰੀ ਕੀਤੀ ਆ, ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਵੀ ਇਹ ਚੀਜ਼ ਹੋ ਸਕਦੀ ਆ ਕਿ ਨਹੀਂ ਹੋ ਸਕਦੀ ਹੈਗੀ। ਸੋ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਕਿਹਾ ਵੀ ਅਸੀਂ ਇਸ ਨੂੰ ਬਹੁਤ ਹੀ ਜ਼ਿਆਦਾ ਜਿਹੜੇ ਜ਼ੋਰ ਦੇ ਨਾਲ ਵਿਗਰਸਲੀ ਡਿਫੈਂਡ ਕਰਾਂਗੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਐਗਜ਼ੀਕਿਊਟਿਵ ਆਰਡਰ ਨੂੰ। ਸੋ ਜਿਹੜੀ ਨੈਕਸਟ ਹੀਅਰਿੰਗ ਆ ਉਹਦੀ ਜਿਹੜੀ ਆ ਉਹ ਹੁਣ ਫਰਵਰੀ ਦੇ ਵਿੱਚ ਪਈ ਆ। ਸਰੋਤਿਆਂ ਨੂੰ ਦੱਸਦੀ ਜਾਈਏ ਇਹ ਇੰਨਾ ਸੌਖਾ ਨਹੀਂ ਹੈ। ਜੇ ਇਸ ਨੂੰ ਜਿਹੜਾ ਇਸ ਐਗਜ਼ੀਕਿਊਟਿਵ ਆਰਡਰ ਨੂੰ ਲਾਗੂ ਕਰਨਾ ਆ ਤੇ ਜਿਹੜੀ 14th ਅਮੈਂਡਮੈਂਟ ਆ ਕਨਸਟੀਟਿਊਸ਼ਨ ਦੀ ਉਹਦੇ ਵਿੱਚ ਅਮੈਂਡਮੈਂਟ ਲੈਣੀ ਪਊਗੀ। 2/3 ਕਾਂਗਰਸ ਚ ਮੈਜੋਰਟੀ ਹੋਣੀ ਚਾਹੀਦੀ, 2/3 ਸੈਨੇਟ ਚ ਹੋਣੀ ਚਾਹੀਦੀ ਆ। ਉਹ ਤੋਂ ਬਾਅਦ 38 ਦੇ ਕਰੀਬ ਸਟੇਟਸ ਜਿਹੜੀਆਂ ਆ ਉਹਨਾਂ ਨੂੰ ਹਾਂ ਕਰਨੀ ਪਊਗੀ, ਫੇਰ ਜਾ ਕੇ ਕਿਤੇ ਇਹ ਹੋਣਾ ਆ, ਜਿਹੜਾ ਕਿ ਇੰਪੋਸੀਬਲ ਹੈਗਾ ਆ। ਪਰ ਇੰਨਾ ਕੁ ਜ਼ਰੂਰ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੇ ਜ਼ਰੂਰ ਖੁਸ਼ ਕਰਤਾ ਵੀ ਮੈਂ ਜੀ ਇਹ ਕਰਨ ਜਾ ਰਿਹਾ। ਉਹ ਕਹਿੰਦੇ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਵੀ ਸੁਣੀ ਹੋਣੀ ਆ ਟਰੰਪ ਉਹਨਾਂ ਦੀ, ਤੇ ਉਹ ਕਹਿੰਦੇ ਸੀ ਵੀ ਅਸੀਂ ਇਕੱਲੇ ਕੰਟਰੀ ਆ ਅਮਰੀਕਾ ਜਿੱਥੇ ਇਹ ਚੀਜ਼ ਚੱਲਦੀ ਆ, ਪਰ 30 ਕੰਟਰੀਜ਼ ਦੁਨੀਆ ਦੇ ਵਿੱਚ ਹੈਗੇ ਆ ਜਿੱਥੇ ਬਰਥ ਰਾਈਟ ਸਿਟੀਜ਼ਨਸ਼ਿਪ ਹੈਗੀ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਵੀ ਆ, ਜਿਹੜਾ ਵੀ ਚਾਹੇ ਉੱਥੇ ਇਲੀਗਲ ਕੋਈ ਰਹਿੰਦਾ ਹੋਵੇ, ਉਹ ਕੋਈ ਵੀ ਬੱਚਾ ਜੰਮਦਾ ਆ
ਤੇ ਉਹ ਉੱਥੇ ਦਾ ਸਿਟੀਜ਼ਨ ਬਣ ਜਾਂਦਾ ਹੈਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਇੱਕ ਅਜਿਹੇ ਜੋੜੇ ਦੀ ਜਿਨ੍ਹਾਂ ਨੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਯੂਐਸ ਦੀ ਬਹੁਤ ਵੱਡੀ 에ਅਰਲਾਈਨ ਉੱਤੇ ਜਿਹੜਾ ਉਹ ਲਾਸੂਟ ਕਰਨ ਦਾ ਫੈਸਲਾ ਕੀਤਾ ਹੈ। ਘਟਨਾ ਇੰਗਵੁੱਡ ਇਲਾਕਿਆਂ ਦੇ ਵਿੱਚ ਵਾਪਰੀ ਹੈ ਤੇ ਜਿਹੜਾ ਇਹ ਜੋੜਾ ਹੈ ਇਹਨਾਂ ਨੇ ਹੁਣ ਯੂਐਸ ਦੀ ਇੱਕ ਬਹੁਤ ਵੱਡੀ ਜਿਹੜੀ 에ਅਰਲਾਈਨ ਹੈ ਜੈਟ ਬਲੂ ਉਹਨਾਂ ਦੇ ਉੱਤੇ ਸੂ ਕਰਨ ਦਾ ਫੈਸਲਾ ਕੀਤਾ। ਅਸਲ ਦੇ ਵਿੱਚ ਉਹਨਾਂ ਦਾ ਦਾਅਵਾ ਇਹ ਹੈ ਕਿ ਨਿਊ ਈਅਰ ਦੇ ਦਿਨ 2024 ਦਾ ਜਦੋਂ ਖਾਤਮਾ ਸੀਗਾ ਉਦੋਂ ਮਾਈਕਲ ਰੀਸ ਤੇ ਲਈ ਫਿਰਾਨੀ ਜਿਹੜੇ ਆ ਉਹ ਆਪਣੇ ਘਰ ਦੇ ਵਿੱਚ ਸੁੱਤੇ ਹੋਏ ਸੀਗੇ। ਇਹਨਾਂ ਦਾ ਘਰ ਪੈਂਦਾ 2600 ਬਲਾਕ ਜਿਹੜਾ ਵੈਸਟ 102 ਜਿਹੜੀ ਸਟਰੀਟ ਹੈ। ਇਹਨਾਂ ਨੇ ਕਿਹਾ ਕਿ ਇੱਕ ਵਾਟਰਮੈਲਨ ਸਾਈਜ਼ ਦਾ ਜਿਹੜਾ ਆਈਸ ਦਾ ਗੋਲਾ ਸੀਗਾ ਉਹ ਏਅਰਪਲੇਨ ਤੋਂ ਡਿੱਗਿਆ ਉਹਨਾਂ ਦੇ ਘਰ ਦੇ ਵਿੱਚ ਵੱਜਿਆ ਤੇ ਬੜੀ ਖੁਸ਼ਕਿਸਮਤੀ ਦੇ ਨਾਲ ਇਹਨਾਂ ਦਾ ਜਿਹੜਾ ਉਹ ਬਚਾਅ ਹੋਇਆ। ਜਦੋਂ ਇਹਨਾਂ ਨੇ ਕੰਪਲੇਂਟ ਕੀਤੀ ਤੇ ਉਸ ਤੋਂ ਬਾਅਦ ਇਹ ਜਿਹੜੀ 에ਅਰਲਾਈਨ ਹੈ ਇਹਨਾਂ ਨੇ ਆਨਾਕਾਨੀ ਕੀਤੀ। ਇਹਨਾਂ ਨੇ ਕਿਹਾ ਵੀ ਇਹ ਤਾਂ ਹੋ ਨਹੀਂ ਸਕਦਾ। ਫੈਡਰਲ ਐਵੀਏਸ਼ਨ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਕੋਲੇ ਮਾਮਲਾ ਗਿਆ ਤੇ ਉਹਨਾਂ ਨੇ ਦੇਖਿਆ ਕਿ ਵਾਕਈ ਇਹਨਾਂ ਦੇ ਘਰ ਦੇ ਵਿੱਚ ਇਹ ਜਿਹੜਾ ਗੋਲਾ ਉਹ ਜਹਾਜ਼ ਤੋਂ ਹੀ ਡਿੱਗਿਆ ਸੀ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਵੱਜਿਆ। ਇਹ ਜਿਹੜੀ ਘਟਨਾ ਸੀਗੀ ਉਹ ਵਾਪਰੀ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਬਚਾਅ ਹੋ ਗਿਆ ਸੀਗਾ। ਉਹ ਕਹਿੰਦੇ ਕਿ ਅਜਿਹੀ ਘਟਨਾ ਜੁਲਾਈ 2023 ਦੇ ਵਿੱਚ ਮੈਸਾਚੂਸੈਟਸ ਦੇ ਵਿੱਚ ਵਾਪਰ ਚੁੱਕੀ ਆ ਜਿੱਥੇ ਇਸੇ ਤਰ੍ਹਾਂ ਇੱਕ ਰਿਹਾਇਸ਼ੀ ਇਮਾਰਤ ਦੇ ਉੱਤੇ ਜਹਾਜ਼ ਤੋਂ ਗੋਲਾ ਡਿੱਗਿਆ ਸੀਗਾ। ਜਨਵਰੀ 2024 ਦੇ ਵਿੱਚ ਦੱਸਿਆ ਗਿਆ ਵੀ ਮਾਫ ਕਰਨਾ ਜਨਵਰੀ 2025 ਦੇ ਵਿੱਚ ਇਹਨਾਂ ਦਾ ਜਿਹੜਾ ਲਾਸੂਟ ਆ ਉਹ ਸਟਾਰਟ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਕਰਾਂਗੇ। ਹੁਣ ਇਹਨਾਂ ਨੇ ਜਦੋਂ 에ਅਰਲਾਈਨ ਦੇ ਨਾਲ ਗੱਲਬਾਤ ਕੀਤੀ ਸਾਰਾ ਮਸਲਾ ਪ੍ਰੈਸ ਦੇ ਵਿੱਚ ਆ ਗਿਆ ਤਾਂ ਹੁਣ ਇਸ ਜੋੜੇ ਨੇ 에ਅਰਲਾਈਨ ਨੂੰ $1 ਮਿਲੀਅਨ ਦਾ ਜਿਹੜਾ ਸੂ ਕਰਨ ਦਾ ਫੈਸਲਾ ਕੀਤਾ ਤੇ ਕੰਪਲੇਨੈਂਟ ਜਿਹੜਾ ਨੇ ਉਹਨੇ ਸ਼ਿਕਾਇਤ ਕਰਤਾ ਜਿਹੜਾ ਉਹ ਕਹਿੰਦਾ ਕਿ ਸਾਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਅਨਸੇਫ ਹਾਂ ਤੇ ਅਸੀਂ ਇਮੋਸ਼ਨਲ ਡਿਸਟ੍ਰੈਸ ਦਾ ਜਿਹੜਾ ਉਹਦਾ ਸਾਹਮਣਾ ਕੀਤਾ ਤੇ ਨਾਲ ਹੀ ਇਹਦੇ ਨਾਲ ਉਹ ਕਹਿੰਦੇ ਕਿ ਜਦੋਂ ਵੀ ਕੋਈ ਜਹਾਜ਼ ਲੰਘਦਾ ਤਾਂ ਅਸੀਂ ਹੁਣ ਉਹਦੇ ਤੋਂ ਡਰ ਜਾਂਦੇ ਹਾਂ, ਘਬਰਾ ਜਾਂਦੇ ਹਾਂ। ਪਰ ਹੁਣ ਜੈਟ ਬਲੂਜ਼ ਜਿਹੜੀ ਆ ਉਹਨਾਂ ਨੇ ਡਿਨਾਈ ਕੀਤੀ ਆਪਣੀ ਰਿਸਪੌਂਸਿਬਿਲਿਟੀ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕੰਡਕਟ ਕਰਾਂਗੇ ਅਸੀਂ ਕੰਪਲਾਈਡ ਜਾਂ ਹੋਰ ਇੰਡਸਟਰੀ ਜਿਹੜੇ ਸਟੈਂਡਰਡਸ ਨੇ ਉਹਨਾਂ ਦੇ ਨਾਲ ਜਾਂ ਰੈਗੂਲੇਸ਼ਨਸ ਦੇ ਨਾਲ। ਪਰ ਉਹ ਜਿਹੜਾ ਜੋੜਾ ਉਹਨਾਂ ਨੇ ਮੀਡੀਆ ਦੇ ਵਿੱਚ ਵੀ ਆ ਕੇ ਦੱਸਿਆ ਵੀ ਇਹ ਸਾਡੇ ਲਈ ਬਹੁਤ ਭਿਆਨਕ ਸੁਪਨੇ ਦੇ ਵਾਂਗ ਸੀ। ਜੀ ਅਗਲੀ ਖਬਰ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਜਿਹਦੇ ਮੁਤਾਬਕ ਜੌਨ ਐਫ ਕੈਨੇਡੀ, ਆਰ.ਐਫ ਕੈਨੇਡੀ, MKL ਅਸੈਸੀਨੇਸ਼ਨਸ ਦੀਆਂ ਫਾਈਲਸ ਨੂੰ ਪਬਲਿਕ ਨੂੰ ਓਪਨ ਕੀਤਾ ਜਾਊਗਾ। ਇਹ ਬਹੁਤ ਲੰਮੇ ਸਮੇਂ ਤੋਂ ਕਲਾਸੀਫਾਈਡ ਇਨਫੋਰਮੇਸ਼ਨ ਸੀ, ਉਸ ਨੂੰ ਡੀਕਲਾਸੀਫਾਈ ਕੀਤਾ ਜਾਊਗਾ। ਟਰੰਪ ਉਹਨਾਂ ਨੇ ਕਿਹਾ ਵੀ that is a big one, lot of people are waiting for this a long for years, for decades। ਵੀ ਦਹਾਕਿਆਂ ਤੋਂ ਲੋਕ ਜੋ ਇਸ ਚੀਜ਼ ਦੀ ਵੇਟ ਕਰ ਰਹੇ ਸੀ ਵੀ ਕਿਹੜੇ ਬੰਦੇ ਇਨਵੋਲਵ ਸੀ ਜੋ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਤੇ ਜੋ ਮਾਰਟਨ ਲੂਥਰ ਕਿੰਗ ਹੈਗਾ ਤੇ RFK ਦੇ ਨੂੰ ਮਾਰਨ ਦੇ ਵਿੱਚ ਇਨਵੋਲਵ ਸੀਗੇ। ਜਿਹੜੇ ਪੈਨ ਦੇ ਨਾਲ ਟਰੰਪ ਉਹਨਾਂ ਨੇ ਸਾਈਨ ਕੀਤੇ ਆ ਇਸ ਐਗਜ਼ੀਕਿਊਟਿਵ ਆਰਡਰ, ਉਹਨਾਂ ਨੇ ਇਹ ਕਿਹਾ ਵੀ ਇਹ ਪੈਨ ਮੈਂ RFK ਜੂਨੀਅਰ ਨੂੰ ਦੇਣ ਜਾ ਰਿਹਾ ਆ ਜੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਉਹਨਾਂ ਦੇ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਪਿਕ ਆ ਤੇ ਸਾਬਕਾ US ਦੇ ਅਟਾਰਨੀ ਜਨਰਲ ਦੇ ਪੁੱਤਰ ਆ ਤੇ ਲੇਟ ਜਿਹੜੇ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਆ ਉਹਨਾਂ ਦੇ ਭਤੀਜੇ ਹੈਗੇ ਆ। ਟਰੰਪ ਉਹਨਾਂ ਨੇ ਕਿਹਾ ਇਹਦੇ ਵਿੱਚ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਊਗਾ। ਪਰ JFK ਅਸੈਸੀਨੇਸ਼ਨ ਦੇ ਸੰਬੰਧ ਦੇ ਵਿੱਚ 13,000 ਤੋਂ ਵੱਧ ਡਾਕੂਮੈਂਟ ਆਲਰੇਡੀ ਰਿਲੀਜ਼ ਹੋ ਚੁੱਕੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ। ਪਰ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਇਹ ਗੱਲਾਂ ਕਰਦੇ ਤਾਂ ਰਹੇ, ਕਿਸੇ ਨੇ ਵੀ ਇਹਨਾਂ ਤਿੰਨਾਂ ਦੇ ਜਿਹੜੇ ਡਾਕੂਮੈਂਟਸ ਆ ਪੂਰੀ ਤਰ੍ਹਾਂ ਡੀਕਲਾਸੀਫਾਈ ਕਰਨ ਨੂੰ ਨਹੀਂ ਕੀਤੇ। ਪਿਛਲੇ ਜੋ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਸੀ ਉਹਦੇ ਵਿੱਚ ਟਰੰਪ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਇਹ ਬਿਲਕੁਲ ਆਉਣ ਵਾਲੇ ਜੇ ਮੈਂ ਜਿੱਤਦਾ ਆ ਤੇ ਇਸ ਨੂੰ ਡੀਕਲਾਸੀਫਾਈ ਕਰੂੰਗਾ। ਹੁਣ 15 ਦਿਨਾਂ ਤੋਂ ਬਾਅਦ ਇਸ ਆਰਡਰ ਤੋਂ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੇ ਅਟਾਰਨੀ ਜਨਰਲ ਜੋ ਕੋਆਰਡੀਨੇਟ ਕਰਕੇ ਅਸਿਸਟੈਂਟ ਜੇ ਪ੍ਰੈਜ਼ੀਡੈਂਟ ਦੇ ਹੈਗੇ ਆ ਨੈਸ਼ਨਲ ਸਿਕਿਉਰਿਟੀ ਅਫੇਅਰ ਦੇ ਤੇ ਕੌਂਸਲ ਹੈਗੇ ਆ ਜੋ ਪ੍ਰੈਜ਼ੀਡੈਂਟ ਦੇ, ਉਹ ਪਬਲਿਕ ਦੇ ਲਈ ਅਵੇਲੇਬਲ ਹੋਣਗੇ। ਲਗਭਗ 45 ਦਿਨ ਕਹਿੰਦੇ ਲੱਗ ਸਕਦੇ ਹੈਗੇ ਆ। 2023 ਦੇ ਵਿੱਚ ਨੈਸ਼ਨਲ ਆਰਕਾਈਵਜ਼ ਨੇ ਰਿਵਿਊ ਦਿੱਤਾ ਸੀ ਕਲਾਸੀਫਾਈਡ ਡਾਕੂਮੈਂਟਸ ਦਾ, ਜਿਹਦੇ ਵਿੱਚ 1963 ਚ ਜਦੋਂ ਜੌਨ ਐਫ ਕੈਨੇਡੀ ਉਹਨਾਂ ਦੀ ਅਸੈਸੀਨੇਸ਼ਨ ਹੋਈ ਸੀ, ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕੁਝ ਮੈਮੋਸ ਜਿਹੜੇ ਆ ਰਿਲੀਜ਼ ਕਰਵਾਏ ਸੀ। ਸੋ ਹਾਲਾਂਕਿ ਕਈ ਪ੍ਰੈਜ਼ੀਡੈਂਟਸ ਨੇ ਪਲੈਜ ਜ਼ਰੂਰ ਕੀਤਾ ਸੀ, ਕਈਆਂ ਨੇ ਕਰਵਾਏ ਵੀ, ਪਰ CIA, ਪੈਂਟਾਗਨ ਤੇ ਹੋਰ ਜਿਹੜੀ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਡਾਕੂਮੈਂਟ ਰਿਲੀਜ਼ ਕਰਨ ਤੋਂ ਨਾ ਕਰ ਦਿੱਤੀ ਸੀ। ਕਈ ਬੰਦੇ ਹਜੇ ਵੀ
ਜੀਂਦੇ ਹੈਗੇ ਆ ਜਿਹੜੇ ਉਸ ਕਤਲ ਦੇ ਵਿੱਚ ਇਨਵੋਲਵ ਸੀਗੇ। ਸੋ ਪਰ ਇਹ ਇੱਕ ਜੋ ਟਰੰਪ ਹੋਣੀ ਆ, ਉਹ ਕਹਿੰਦੇ ਵੀ ਲੋਕਾਂ ਨੂੰ ਕਲੀਅਰ ਕੱਟ ਪਤਾ ਹੋਣਾ ਚਾਹੀਦਾ ਆ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਕੀ ਕਰ ਰਹੀਆਂ ਹੈਗੀਆਂ ਆ, ਤੇ ਇਸ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਆਰਡਰ ਨੂੰ ਪਸੰਦ ਕਰ ਰਹੇ ਆ ਵੀ ਹਾਂ ਬਿਲਕੁਲ ਕਲੈਰਿਟੀ ਤਾਂ ਹੋਣੀ ਚਾਹੀਦੀ ਹੈਗੀ ਆ ਗਵਰਨਮੈਂਟ ਦੇ ਵਿੱਚ ਕੀ ਹੋ ਰਿਹਾ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਜਿਵੇਂ ਆਪਾਂ ਅੱਗਾਂ ਲੱਗਣ ਦੀ ਗੱਲ ਕੀਤੀ ਸੀ, ਤੇ ਅੱਗਾਂ ਲੱਗਣ ਤੋਂ ਬਾਅਦ ਹੁਣ ਲੋਕਾਂ ਨੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਸੜ ਚੁੱਕੀਆਂ ਨੇ ਇਹਨਾਂ ਅੱਗਾਂ ਦੇ ਕਰਕੇ, ਹੁਣ ਉਹਨਾਂ ਦੇ ਨਾਲ ਜੋ ਵਰਤਾਰਾ ਇਹ ਇੰਸ਼ੋਰੈਂਸ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ ਉਹਨੂੰ ਲੈ ਕੇ ਉਹ ਖਾਸੇ ਨਾਰਾਜ਼ ਨੇ। ਪੈਲੀਸੇਡਸ ਫਾਇਰ ਦੇ ਜਿਹੜੇ ਵਿਕਟਮ ਨੇ ਲੀਜ਼ਾ ਪੈਲਟਨ, ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੈਂਡੀਵਿਲ ਕੈਨੀਅਨ ਦੇ ਵਿੱਚ ਇੱਕ ਜਿਹੜਾ ਘਰ ਸੀਗਾ, ਤੇ ਉਹਨਾਂ ਨੇ ਹੁਣ ਬੈਂਕ ਤੋਂ ਇੱਕ ਜਿਹੜਾ ਨੋਟਿਸ ਉਹ ਰਿਸੀਵ ਕੀਤਾ ਕਿ ਉਹਨਾਂ ਦਾ ਜਿਹੜਾ ਇਕੁਇਟੀ ਲਾਈਨ ਆ ਉਹਨੂੰ ਲੈ ਕੇ ਜਿਹੜਾ ਉਹ ਬੜੇ ਉਦਾਸ ਨੇ ਕਿ ਬੈਂਕ ਨੇ ਉਹਨਾਂ ਦੇ ਨਾਲ ਇਹੋ ਜਿਹਾ ਕਿਉਂ ਕੀਤਾ। ਅਸਲ ਦੇ ਵਿੱਚ ਉਹ ਕਹਿੰਦੇ ਕਿ ਜਦੋਂ ਇਹਨਾਂ ਦੇ ਘਰ ਦੇ ਸੜਨ ਦੇ ਬਾਰੇ ਗੱਲ ਕੀਤੀ ਤਾਂ ਉਸ ਤੋਂ ਬਾਅਦ ਲੈਟਰ ਜਿਹੜਾ ਉਹ ਸੈਂਡ ਕੀਤਾ ਗਿਆ 4 ਦਿਨਾਂ ਬਾਅਦ, ਤੇ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਸਿਟੀ ਬੈਂਕ ਜਿਹੜਾ ਉਹਨੇ ਇਨਫੋਰਮ ਕੀਤਾ ਸੀਗਾ ਕਿ ਅਸੀਂ ਜਿਹੜਾ ਉਹਨਾਂ ਦਾ ਕੱਟ ਲਾ ਰਹੇ ਹਾਂ, ਤੇ ਇਹ ਉਹਨਾਂ ਦੀ ਜਿਹੜੀ ਉਹ ਬੋਰੋ ਕੀਤਾ ਸੀਗਾ ਦੇ ਪ੍ਰਾਪਰਟੀ ਦੇ ਅਗੇਂਸਟ $50,000, ਉਹ ਕਹਿੰਦੇ ਕਿ ਇਹ ਜਿਹੜਾ ਹੁਣ ਉਹਨਾਂ ਨੇ ਹੋਰ ਘਟਾ ਕੇ ਕਰ ਦਿੱਤਾ, ਤੇ ਜਿੰਨੀ ਕੁ ਵੀ ਉਹਨਾਂ ਦੀ ਜਿਹੜੀ ਖਰਚਾ ਹੋਇਆ ਸੀ ਇਹਦੇ ਵਿੱਚੋਂ, ਤਾਂ ਉਹ ਕਹਿੰਦੇ ਕਿ ਇਹਦਾ ਤੁਹਾਨੂੰ ਭੁਗਤਾਨ ਜਿਹੜਾ ਉਹ ਕਰਨਾ ਪਊਗਾ। ਇਹਦੇ ਨਾਲ ਉਹ ਕਹਿੰਦੇ ਕਿ ਮੈਂ ਇੰਸ਼ੋਰੈਂਸ ਕੰਪਨੀਆਂ ਜਾਂ ਹੋਰ ਜਿੰਨੇ ਵੀ ਅਧਿਕਾਰੀ ਨੇ ਸੰਬੰਧਿਤ ਜਿਹੜੀਆਂ ਵੀ ਅਥਾਰਟੀਜ਼ ਨੇ ਉਹਨਾਂ ਦੇ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ, ਤਾਂ ਉਹ ਕਹਿੰਦੇ ਕਿ ਇਹ ਜੀ ਤੁਸੀਂ ਬੈਂਕ ਨੇ ਕਿਉਂਕਿ ਤੁਸੀਂ ਬੈਂਕ ਤੋਂ ਇਕੁਇਟੀ ਚੱਕੀ ਸੀ, ਤੇ ਉਹਨਾਂ ਦੇ ਨਾਲ ਹੀ ਤੁਸੀਂ ਗੱਲਬਾਤ ਕਰੋ ਤੇ ਉਹੀ ਇਹਦਾ ਕੋਈ ਮਸਲਾ ਜਿਹੜਾ ਉਹ ਹੱਲ ਕਰ ਸਕਦੇ ਨੇ। ਇਹਦੇ ਨਾਲ ਕਈ ਲੋਕ ਹੋਰ ਅਜਿਹੇ ਆਏ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਹੁਣ ਸਾਡਾ ਬੈਂਕਾਂ ਤੋਂ ਲਗਾਤਾਰ ਸਾਨੂੰ ਲੈਟਰਸ ਆ ਰਹੀਆਂ ਨੇ ਜਾਂ ਸਾਨੂੰ ਕਾਲਸ ਆ ਰਹੀਆਂ ਨੇ ਜਾਂ ਮੈਸੇजेस ਜਾਂ ਈਮੇਲਸ ਆ ਰਹੀਆਂ ਨੇ, ਜਿਹਦੇ ਵਿੱਚ ਉਹ ਸਾਨੂੰ ਜਿਹੜੀਆਂ ਦੇਣਦਾਰੀਆਂ ਨੇ ਉਹਨਾਂ ਨੂੰ ਲੈ ਕੇ ਸਾਡੇ ਕੋਲੇ ਚਿੰਤਾ ਜਿਹੜੀ ਆ ਉਹ ਜਤਾ ਰਹੇ ਨੇ। ਸਿਟੀ ਨੈਸ਼ਨਲ ਬੈਂਕ ਦੇ ਉੱਤੇ ਖਾਸੇ ਜਿਹੜੇ ਲੋਕ ਨੇ ਉਹਨਾਂ ਨੇ ਨਾਰਾਜ਼ਗੀ ਜਿਹੜੀ ਆ ਪ੍ਰਗਟ ਕੀਤੀ ਆ। ਇਹਨਾਂ ਦੇ ਵਿੱਚੋਂ ਇੱਕ ਜਿਹੜੀ ਆ ਬੀਬੀ, ਉਹਨਾਂ ਨੇ ਇਹ ਵੀ ਗੱਲ ਦੱਸੀ ਆ ਕਿ ਸਾਨੂੰ ਸਾਡੇ ਘਰ ਤਾਂ ਸੜ ਚੁੱਕੇ ਨੇ, ਸਾਡੇ ਲਈ ਰਹਿਣ ਦੇ ਲਈ ਹਲੇ ਕੋਈ ਟਿਕਾਣਾ ਨਹੀਂ ਹੈ, ਸਾਨੂੰ ਕਦੋਂ ਕੋਈ ਟਿਕਾਣਾ ਮਿਲੂ, ਕਦੋਂ ਕੋਈ ਆਪਣੇ ਬਿਜ਼ਨਸ ਸੈਟਅਪ ਕਰਾਂਗੇ, ਇਹਦੇ ਬਾਰੇ ਸਾਨੂੰ ਪਤਾ ਕੋਈ ਨਹੀਂ। ਪਰ ਜਿਹੜੀਆਂ ਇਸੇ ਦਰਮਿਆਨ ਈਮੇਲਸ ਆ ਰਹੀਆਂ ਨੇ ਜਾਂ ਜਿਹੜੀਆਂ ਲੈਟਰਸ ਪ੍ਰਾਪਤ ਹੋ ਰਹੀਆਂ ਨੇ, ਉਹਨਾਂ ਨੇ ਸਾਡੀਆਂ ਚਿੰਤਾਵਾਂ ਨੂੰ ਹੋਰ ਖਾਸਾ ਵਧਾ ਦਿੱਤਾ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਇੱਕ ਬੀਬੀ ਨੂੰ ਕੈਲੀਫੋਰਨੀਆ ਦੇ ਸ਼ਹਿਰ ਕਲੈਮੈਂਟਿਸ ਵਿੱਚ ਜੈਨ ਜੌਨਸਨ ਨਾਮ ਦੀ ਆ, ਉਹਨੂੰ ਅਰੈਸਟ ਕੀਤਾ ਗਿਆ ਤੇ ਬੁੱਕ ਕੀਤਾ ਗਿਆ ਸਨ ਮੈਕੀਨ ਕਾਉਂਟੀ ਜੇਲ੍ਹ ਦੇ ਵਿੱਚ। ਮਲਟੀਪਲ ਚਾਰजेस ਉਹਦੇ ਉੱਤੇ ਲਾਏ ਗਏ ਆ ਕਿਉਂਕਿ ਜਿਹੜੇ ਉਹਨੇ ਘੋੜੇ ਰੱਖੇ ਹੋਏ ਸੀ ਉਹਨਾਂ ਨੂੰ ਉਹਨਾਂ ਦੀ ਕੰਡੀਸ਼ਨ ਬਹੁਤ ਬੈਡ ਸੀ, ਉਹਨਾਂ ਨੂੰ ਫੂਡ ਨਹੀਂ ਦਿੱਤਾ ਜਾਂਦਾ ਸੀ। ਜਦੋਂ ਉਹਦੀਆਂ ਵੱਖ-ਵੱਖ ਪ੍ਰੋਪਰਟੀਜ਼ ਨੂੰ ਸਰਚ ਕੀਤਾ ਗਿਆ, ਉਹਦੇ ਕੋਲ ਸ਼ਾਰਟ ਬੈਰਲ ਸ਼ਾਟਗਨ ਵੀ ਮਿਲੀ, ਤੇ ਇਹ ਜਿਹੜਾ ਕਲੇਮੈਂਟਸ ਟਾਊਨ ਆ 40 ਮੀਲ ਸੈਕਰਾਮੈਂਟੋ ਤੋਂ ਦੂਰ ਹੈਗਾ ਆ, ਤੇ ਉਹਦੀਆਂ ਵੱਖ-ਵੱਖ ਪ੍ਰਾਪਰਟੀਆਂ 'ਚ 27 ਮਰੇ ਹੋਏ ਜਿਹੜੇ ਘੋੜੇ ਆ ਉਹ ਵੀ ਲੱਭੇ, ਤੇ ਬਾਕੀ ਜਿਹੜੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਘੋੜੇ ਸੀ ਉਹਨਾਂ ਨੂੰ ਫੂਡ ਨਹੀਂ ਦਿੱਤਾ ਜਾ ਰਿਹਾ ਸੀ, ਪਾਣੀ ਨਹੀਂ ਦਿੱਤਾ ਜਾ ਰਿਹਾ ਸੀ। ਸੋ ਜਿਹੜੇ 16 ਦੇ ਕਰੀਬ ਰੈਸਕਿਊ ਕੀਤੇ ਗਏ ਹੈਗੇ ਘੋੜੇ, ਉਹਨਾਂ ਨੂੰ ਓਕਡੇਲ ਇਕੁਇਨ ਰੈਸਕਿਊ ਜੋ ਆ ਉਹਨਾਂ ਨੇ ਆਪਣੇ ਪਾਸ ਰੱਖ ਲਿਆ, ਤੇ ਉਹਨਾਂ ਦਾ ਜਿਹੜੇ ਵੈਟਰਨਰੀ ਡਾਕਟਰਸ ਆ ਹੁਣ ਇਲਾਜ ਕਰ ਰਹੇ ਹੈਗੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵੱਲ ਜਾਂਦੇ ਸਟਾਕ ਤੇ ਕਰੰਸੀ ਬਾਰੇ ਜ਼ਰੂਰ ਜਿਹੜੀ ਜੀ ਜਾਣਕਾਰੀ ਆ। ਬਿਲਕੁਲ, ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, ਪਿਛਲੇ 2-3 ਦਿਨ ਤੋਂ ਸਟਾਕ ਮਾਰਕੀਟ ਧੜਾ ਉੱਪਰ ਨੂੰ ਜਾ ਰਹੀ ਆ। ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਵੀਡੀਓ ਕਾਨਫਰੰਸ ਦੀ ਰਾਹੀਂ ਜਿਹੜੀ ਡੈਵੋਸ ਦੇ ਵਿੱਚ ਮੀਟਿੰਗ ਚੱਲ ਰਹੀ ਆ ਇਕਨੋਮਿਕ ਫੋਰਮ ਦੀ, ਉੱਥੇ ਕਿਹਾ ਸੀ ਭਈ ਹੁਣ ਟੋਟਲੀ ਅਮਰੀਕਾ ਬਦਲ ਗਿਆ ਆ, ਜਿਨ ਵੀ ਬਿਜ਼ਨਸ ਕਰਨਾ ਸਾਡੇ ਨਾਲ ਵੱਧ ਚੜ ਕੇ ਬਿਜ਼ਨਸ ਕਰੋ। ਬਹੁਤ ਸਾਰੇ ਲੋਕ ਅਮਰੀਕਾ 'ਚ ਇਨਵੈਸਟ ਕਰ ਰਹੇ ਆ। ਕੱਲ ਉਹਨਾਂ ਨੇ ਅਨਾਊਂਸ ਵੀ ਕੀਤਾ ਸੀ AI ਨੂੰ ਲੈ ਕੇ $500 ਬਿਲੀਅਨ ਇਨਵੈਸਟ ਹੋਣ ਜਾ ਰਿਹਾ ਹੈ, ਜਿਹਦੇ 'ਚ ਸੌਫਟ ਬੈਂਕ ਸੀ, ਲੈਰੀ ਐਲਿਸਨ ਦੀ ਕੰਪਨੀ ਔਰੇਕਲ ਤੇ AI। ਇਸ ਤੋਂ ਬਿਨਾਂ ਅੱਜ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਉਹਨਾਂ ਦੀ ਉਸ ਗੱਲ ਨੂੰ ਮੰਨ ਲਿਆ ਜਿਹਦੇ ਵਿੱਚ ਆਉਣ ਵਾਲੇ 4 ਸਾਲਾਂ 'ਚ ਜੋ ਸਾਊਦੀ ਅਰੇਬੀਆ ਹੈਗਾ ਉਹ $600 ਬਿਲੀਅਨ ਇਨਵੈਸਟ ਕਰੂਗਾ ਅਮਰੀਕਾ ਦੇ ਵਿੱਚ। ਸੋ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਵੀ ਮਿਲੇ, ਉਹ ਕਹਿੰਦੇ ਵੀ ਮੈਂ ਫੋਨ ਦੇ ਉੱਤੇ ਨਾਲ ਉਹਨਾਂ ਨੂੰ ਜਿਹੜੀਆਂ ਵਧਾਈਆਂ ਵੀ ਦਿੱਤੀਆਂ ਹੈਗੀਆਂ। ਸੋ ਧੜਾ ਜਿਹੜੇ ਦੁਨੀਆ ਦੇ ਅਮੀਰ ਲੋਕ ਆ ਉਹ ਅਮਰੀਕਾ ਦੇ ਵਿੱਚ ਹੁਣ ਪੈਸੇ ਜਿਹੜੇ ਆ ਸਪੈਂਡ ਕਰਨ ਜਾ ਰਹੇ ਆ, ਪੈਸੇ ਇਨਵੈਸਟ ਕਰਨ ਜਾ ਰਹੇ ਹੈਗੇ ਆ।
ਤੇ ਜੇ ਆਪਾਂ ਗੱਲਬਾਤ ਕਰਦੇ ਜਾਈਏ ਸਟਾਕ ਮਾਰਕੀਟ ਦੀ, ਡਾਓ ਜੋਨ ਇੰਡਸਟਰੀਅਲ ਅਪ ਗਏ ਹੈਗਾ 0.92%, ਕਲੋਜ਼ ਹੋਇਆ 44,565.07 ਦੇ ਉੱਤੇ। S&P ਇੰਡੈਕਸ ਅਪ ਗਿਆ ਹੈਗਾ 0.53% ਤੇ ਕਲੋਜ਼ ਹੋਇਆ 6118.71 ਦੇ ਉੱਤੇ। ਨੈਸਡੈਕ ਜੋ ਆ ਉਹ ਅਪ ਗਿਆ 0.22% ਤੇ ਕਲੋਜ਼ ਹੋਇਆ 20,053.68 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 44 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 46 ਜਿਹੜੇ ਪੈਸੇ ਨੇ ਉਹਨਾਂ ਦੇ ਬਰਾਬਰ, ਪਾਕਿਸਤਾਨ ਦੇ 278 ਰੁਪਏ 75 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ, ਇੱਕ ਵਾਰੀ ਸਰੋਤਿਆਂ ਨੂੰ ਜ਼ਰੂਰ ਬੇਨਤੀ ਕਰਦੇ ਜਾਈਏ ਵੀ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਵੱਲੋਂ ਬਹੁਤ ਹੀ ਮਿਹਨਤ ਕਰਕੇ ਇੱਕ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਟੂਡੇ ਇਨ ਸਿੱਖ ਹਿਸਟਰੀ, ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ। ਉਹਦੇ ਵਿੱਚ ਪਿਕਚਰਸ ਵੀ ਹੈਗੀਆਂ ਆ, ਕੀ ਵਾਪਰਿਆ, ਬਾਕੀ ਜਿਹੜੀ ਆਪਣੀ ਰਿਕਾਰਡਿੰਗ ਦੇ ਨਾਲ ਸਵੇਰੇ ਜਦੋਂ ਕਥਾ ਆਉਂਦੀ ਆ ਮੰਜੀ ਸਾਹਿਬ ਤੋਂ, ਉਸ ਤੋਂ ਬਾਅਦ ਤੇ ਸ਼ਾਮ ਨੂੰ ਹੁਣ ਜਦੋਂ ਦੀਵਾਨ ਖਤਮ ਹੋਣੇ ਹੈਗੇ ਰਹਿਰਾ ਸਾਹਿਬ, ਉਹ ਤੋਂ ਬਾਅਦ ਕਥਾ ਹੁੰਦੀ, ਉਹ ਤੋਂ ਬਾਅਦ ਤੁਹਾਨੂੰ ਸੁਣਾਈ ਜਾਂਦੀ ਆ ਜਿੰਨੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ ਤੇ ਇੰਟਰਨੈਟ ਦੇ ਉੱਤੇ ਵੀ। ਤੇ ਤੁਸੀਂ ਉਹ ਪਿਕਚਰਸ ਵੀ ਉਹਨਾਂ ਇਵੈਂਟਸ ਦੀਆਂ YouTube ਦੇ ਉੱਤੇ ਤੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਦੇ ਸਕਦੇ ਆ। ਐਵਰੀ ਡੇ, ਹਰ ਰੋਜ਼ ਅੱਜ ਦੇ ਦਿਨ ਸਿੱਖ ਇਤਿਹਾਸ ਦੇ ਵਿੱਚ ਉਸ ਨੂੰ ਅਪਡੇਟ ਕੀਤਾ ਜਾਂਦਾ ਆ। ਬਹੁਤ ਹੀ ਮਿਹਨਤ ਦੇ ਨਾਲ 3-4 ਸਾਡੀ ਜਿਹੜੀ ਟੀਮ ਮੈਂਬਰਸ ਆ ਉਹਨਾਂ ਨੇ ਕੱਲੇ ਦਿਨ ਦੀ ਜਿਹੜੀ ਹਿਸਟਰੀ ਆ ਉਹ ਤਿਆਰ ਕੀਤੀ ਹੈਗੀ ਆ। ਸੋ ਵੱਧ ਤੋਂ ਵੱਧ ਉਸ ਨੂੰ ਸੁਣਿਆ ਤੇ ਦੇਖਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ। ਜੀ ਬਿਲਕੁਲ, ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ, ਫੇਸਬੁੱਕ ਤੇ ਵੀ ਪਾਈ ਦੇ ਤੇ ਪੰਜਾਬੀ TV USA ਦੇ ਜਿਹੜਾ YouTube ਚੈਨਲ ਆ ਉਹਦੇ ਉੱਤੇ ਵੀ ਜਾ ਕੇ ਤੁਸੀਂ ਸਿੱਖ ਹਿਸਟਰੀ ਦੇ ਵਿੱਚ ਅੱਜ ਦਾ ਦਿਨ ਪ੍ਰੋਗਰਾਮ ਨੂੰ ਦੇਖ ਸਕਦੇ ਹੋ। ਸੋ ਇੱਥੇ ਹੀ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।